ਤੇ ਤਰਕਸ਼ੀਲ ਸੁਸਾਇਟੀ ਦੇ ਵਿੱਚ ਮੈਂ ਸ਼ੁਰੂ ਤੋਂ ਕੰਮ ਕਰਦਾ, ਤਰਕਸ਼ੀਲ ਸੁਸਾਇਟੀ ਹਰਿਆਣੇ ਦੇ ਵਿੱਚ। ਤੇ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਮੈਂ ਤਰਕਸ਼ੀਲ ਸੁਸਾਇਟੀ ਹਰਿਆਣਾ ਦਾ ਮੁੱਖ ਪੱਤਰ ਤਰਕ ਜੋਤੀ ਉਹਦਾ ਸੰਪਾਦਕ ਸੀ। ਉਸ ਸੰਪਾਦਕ ਹੋਣ ਦੇ ਨਾਤੇ ਮੇਰਾ ਹਰ ਥਾਂ ਤੇ ਐਡਰੈਸ ਸੀ ਤੇ ਇੱਕ ਗੁਮਨਾਮ ਚਿੱਠੀ ਕਿਸੇ ਸਾਧਵੀ ਦੁਆਰਾ ਲਿਖੀ ਹੋਈ ਉਹ ਮੇਰੇ ਐਡਰੈਸ ਤੇ ਪਹੁੰਚੀ। ਉਹ ਚਿੱਠੀ ਪੜ੍ਹਦਿਆਂ ਦਿਮਾਗ ਇੱਕ ਤਰ੍ਹਾਂ ਨਾਲ ਘੁੰਮ ਜਿਹਾ ਗਿਆ। तो वो मेरे अध्यापक एक दो साथियों ने मेरे को चिट्ठी ਲਈ उन्होंने पढ़ी और उन्होंने फोटो स्टेट करवा ली। फोटो स्टेट करवा के वो उन्होंने वंडती। वो दो चारां नूं चाहे वंडी होवे पर वो ਲੱਖਾਂ ਦੀ ਤਾਦਾਦ 'ਚ ਵੰਡੀ ਗਈ। ਉਸ ਤੋਂ ਬਾਅਦ ਡੇਰੇ ਵਾਲਿਆਂ ਨੂੰ ਐਂ ਲੱਗਦਾ ਸੀ ਕਿ ਵੀ ਇਹ ਚਿੱਠੀ ਜਿਹੜੀ ਹੈ ਇਹ ਵੰਡੀ ਜਿਹਨੇ, ਕਿਉਂਕਿ ਉਹ ਸ਼ੁਰੂਆਤ ਮੈਂ ਕੀਤੀ, ਉਹਨਾਂ ਨੂੰ ਉਹ ਪੁੱਛ ਕੇ ਵੀ ਤੇਰੇ ਕੋਲ ਕਿੱਥੋਂ ਆਈ चिट्ठी, तेरे कोल कित्थों आई, अखीर च मेरे तक पहुँच जाते। तो क्योंकि मेरा पिंड खानपुर कोहलियां, रणजीत मेरे पिंड का वसनीक सी और रणजीत का बाप जोगिंदर सिंह साडे पिंड का कई टर्म तक सरपंच रहा। सरपंच होने के नाते उन्हें ਉਹਦਾ ਪਿੰਡ ਦੇ ਵਿੱਚ बहुत ਵਧੀਆ मान सम्मान सी, प्रतिष्ठा सी। पर हर पिंड 'ਚ ਜਿਵੇਂ ਦੋ ਪਾਰਟੀਆਂ ਹੁੰਦੀਆਂ, ਉਹ ਦੋ ਪਾਰਟੀਆਂ ਹੋਣ ਦੇ ਕਾਰਨ ਉਹਨਾਂ ਜਦੋਂ ਰਣਜੀਤ ਦਾ ਕਤਲ ਹੋ ਗਿਆ ਉਹਨਾਂ ਨੂੰ ਸ਼ੱਕ ਇਹ ਸੀ ਕਿ ਵੀ ਇਹ ਰਣਜੀਤ ਨੇ, ਉਹ ਚਿੱਠੀ ਜਿਹੜੀ ਸਾਧਵੀ ਦੁਆਰਾ ਲਿਖੀ ਗਈ ਆ, ਉਹਨਾਂ ਨੂੰ ਸ਼ੱਕ ਸੀ ਵੀ ਇਹ ਰਣਜੀਤ ਨੇ ਲਿਖੀ ਹੈ। ਰਣਜੀਤ ਨੇ ਲਿਖੀ ਹੋਣ ਕਰਕੇ ਉਹ ਸ਼ੱਕ ਦੇ ਆਧਾਰ 'ਤੇ ਉਹਨਾਂ ਨੂੰ ਖਤਰਾ ਸੀ ਕਿ ਵੀ ਰਣਜੀਤ ਕੋਲ ਸਾਡੀਆਂ ਕਾਲੀਆਂ ਕਰਤੂਤਾਂ ਹੋਰ ਬਹੁਤ ਹੋ ਸਕਦੀਆਂ। ਅਤੇ ਉਹ ਚਿੱਠੀ ਕਿਉਂਕਿ ਮੇਰੇ ਦੁਆਰਾ ਸ਼ੁਰੂਆਤ 'ਚ ਵੰਡੀ ਗਈ, ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਦੋਨੋਂ ਇੱਕੋ ਪਿੰਡ ਦੇ ਆ ਔਰ ਰਣਜੀਤ ਸਿੰਘ ਅਤੇ ਬਲਵੰਤ ਸਿੰਘ ਦੋਨਾਂ ਨੇ ਮਿਲ ਕੇ ਚਿੱਠੀ ਲਿਖੀ ਆ ਔਰ ਮਿਲ ਕੇ ਵੰਡੀ ਆ। ਅਤੇ ਵੀ ਇਹ ਤਰਕਸ਼ੀਲਾਂ ਨੇ ਜਦੋਂ ਇੰਨਾ ਬਦਨਾਮ ਸਾਨੂੰ ਕਰਤਾ ਤੇ ਜੇ ਰਣਜੀਤ ਨੇ ਇਹਨਾਂ ਨੂੰ ਸਬੂਤ ਦੇ ਦਿੱਤੇ ਤਾਂ ਬਦਨਾਮੀ ਹੋਰ ਹੋਵੇਗੀ। ਇਸ ਕਰਕੇ ਉਹ ਮੇਰੇ ਕੋਲ ਵਾਰ-ਵਾਰ ਆਉਂਦੇ ਰਹੇ ਕਿ ਦੱਸ ਤੇਰੇ ਕੋਲ ਚਿੱਠੀ ਕਿੱਥੋਂ ਆਈ। ਮੈਂ ਉਹਨਾਂ ਨੂੰ ਦੱਸਣਾ ਕਿ ਬਾਈ ਪੋਸਟ ਆਈ। ਉਹਨਾਂ ਦਾ ਇਹੀ ਸੀਗਾ ਕਿ ਵੀ ਇਹ ਰਣਜੀਤ ਨੇ ਤੈਨੂੰ ਦਿੱਤੀ ਆ। ਮੈਂ ਉਹਨਾਂ ਨੂੰ ਸਮਝਾ ਦਿੰਦਾ ਕਿ ਨਹੀਂ, ਮੇਰੇ ਕੋਲ ਬਾਈ ਪੋਸਟ ਆਈ ਆ। ਤੋ ਉਹਨਾਂ ਨੇ ਮੈਨੂੰ ਮੇਰੇ ਫਾਰਮ 'ਤੇ ਆ ਕੇ ਸਰੇਆਮ ਧਮਕੀ ਦਿੱਤੀ, ਪਿਸਤੌਲ ਉਹਨਾਂ ਦੇ ਕੋਲ ਸੀ ਕਿ ਵੀ ਰਣਜੀਤ ਦਾ ਤੇ ਅਸੀਂ ਕਤਲ ਕਰਨਾ ਕਿਉਂਕਿ ਗੁਰੂ ਸਾਡੇ ਨੂੰ ਬਦਨਾਮ ਬਹੁਤ ਕੀਤਾ। ਉਹੀ ਬੰਦੇ ਜਿਹੜੇ ਹੁਣ ਦੋਸ਼ੀ ਹੈ ਉਹਨਾਂ ਦੇ ਵਿੱਚ ਦੋ ਬੰਦੇ ਜਿਹੜੇ ਮੇਰੇ ਕੋਲ ਸਿੱਧੇ ਆ ਕੇ ਧਮਕੀਆਂ ਦੇਣ ਵਾਲੇ ਸੀਗੇ, ਜਸਵੀਰ ਸਿੰਘ ਤੇ ਸਬਦਿਲ ਸਿੰਘ, ਤੇ ਉਹਨਾਂ ਦੇ ਦੋ ਸਾਥੀ ਆ ਕ੍ਰਿਸ਼ਨ ਲਾਲ ਵਗੈਰਾ, ਅਵਤਾਰ ਸਿੰਘ ਵਗੈਰਾ, ਉਹ ਕਾਰ ਦੇ ਵਿੱਚ ਬੈਠੇ ਸੀਗੇ। ਇਹ ਚਾਰ ਜਣੇ ਉੱਥੇ ਆਏ ਸੀਗੇ, ਕਈ ਵਾਰ ਆਏ। ਰਣਜੀਤ ਦੇ ਕਤਲ ਤੋਂ ਕਿੰਨਾ ਟਾਈਮ ਪਹਿਲਾਂ ਦੀ ਗੱਲ? ਇਹ ਕੁਝ ਸਮਾਂ ਹੀ, ਮਤਲਬ ਮੈਨੂੰ ਐਗਜ਼ੈਕਟ ਯਾਦ ਨਹੀਂ, 5-7-10 ਦਿਨ ਪਹਿਲਾਂ ਦੀ ਗੱਲ ਹੈ। ਤੋ ਉਹ ਮੈਨੂੰ ਇਹ ਧਮਕੀ ਦੇ ਕੇ ਗਿਆ ਸੀ ਕਿ ਰਣਜੀਤ ਦਾ ਕਤਲ ਤਾਂ ਕਰਨਾ ਹੀ ਕਰਨਾ, ਤੇਰਾ ਵੀ ਕਰਨਾ, ਕਿਉਂਕਿ ਤੁਸੀਂ ਸਾਡੇ ਗੁਰੂ ਨੂੰ ਬਹੁਤ ਬਦਨਾਮ ਕੀਤਾ। ਅਤੇ ਮੈਂ ਜਦੋਂ ਕਿਹਾ ਕਿ ਕਰ ਲਓ ਫਿਰ, ਤਾਂ ਪਿਸਤੌਲ 'ਤੇ ਤੂੰ ਲਈ ਫਿਰਦਾ। ਉਹ ਜਦੋਂ ਮੈਂ ਤੈਸ਼ 'ਚ ਬੋਲਿਆ, ਲੋਕ ਉੱਥੇ ਬੈਠੇ ਸੀਗੇ ਜਿਹੜੇ ਮੇਰੇ ਪਰਾਮਰਸ਼ ਕੇਂਦਰ ਦੇ ਵਿੱਚ ਆਏ ਸੀਗੇ ਆਪਣੀ ਸਮੱਸਿਆਵਾਂ ਦੇ ਹੱਲ ਦੀ, ਉਹਨਾਂ ਨੇ ਜਦੋਂ ਆ ਕੇ ਉੱਠ ਕੇ ਆਖਿਆ ਮਾਸਟਰ ਜੀ ਕੀ ਗੱਲ ਹੈ, ਤਾਂ ਉਹ ਇੱਕਦਮ ਭੱਜ ਗਏ। ਭੱਜ ਕੇ ਉਹਨਾਂ ਦੀ ਗੱਡੀ ਸਟਾਰਟ ਸੀ, ਉਹਦੇ 'ਚ ਬੈਠੇ ਤੇ ਭੱਜ ਗਏ। ਅਤੇ ਉਹ ਤੋਂ ਕੁਝ ਦਿਨਾਂ ਬਾਅਦ ਹੀ ਰਣਜੀਤ ਦਾ ਕਤਲ ਹੋ ਜਾਂਦਾ ਹੈ। ਅਤੇ ਰਣਜੀਤ ਦੇ ਕਤਲ ਤੋਂ ਬਾਅਦ ਰਣਜੀਤ ਦੇ ਪੇਰੈਂਟਸ ਨੇ ਪੁਲਿਸ ਨੂੰ ਬਿਆਨ ਦਿੱਤਾ ਸੀ ਵੀ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਆ, ਸਿਰਫ ਪਾਰਟੀ ਵਿਰੋਧ ਹੈ। ਜਿਹੜਾ ਪਿੰਡ ਦਾ ਉਸ ਸਮੇਂ ਸਰਪੰਚ ਸੀ ਉਹਦੇ ਨਾਲ ਪਾਰਟੀਬਾਜ਼ੀ ਦਾ ਵਿਰੋਧ, ਹੋਰ ਕੋਈ ਨਹੀਂ, ਰਾਜਨੀਤਿਕ ਵਿਰੋਧ ਮੰਨਦੇ ਸੀ ਸਿਰਫ। ਇਸ ਕਰਕੇ ਉਸ ਸਮੇਂ ਦੇ ਸਰਪੰਚ ਰਾਮ ਕੁਮਾਰ ਦੇ ਖਿਲਾਫ ਪੁਲਿਸ ਨੇ FIR ਦਰਜ ਕੀਤੀ, ਪਰ ਇੰਟਰੋਗੇਸ਼ਨ 'ਚ ਕੁਛ ਨਹੀਂ ਨਿਕਲਿਆ। ਉਹ ਤੋਂ ਕੁਝ ਸਮੇਂ ਬਾਅਦ ਰਾਮਚੰਦਰ ਛਤਰਪਤੀ 'ਤੇ ਹਮਲਾ ਹੋਇਆ। ਉਸ ਹਮਲੇ ਦੇ ਵਿੱਚ ਜਦੋਂ ਡੇਰੇ ਦਾ ਇੱਕ ਪੈਰੋਕਾਰ ਫੜਿਆ ਗਿਆ, ਉਹਦੇ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਡੇਰੇ ਵਾਲਿਆਂ ਦੀ ਕਾਰਵਾਈ ਹੈ ਸਾਰੀ। ਤਾਂ ਰਣਜੀਤ ਦੇ ਫਾਦਰ ਜੋਗਿੰਦਰ ਸਿੰਘ ਜੀ ਨੇ ਜਾ ਕੇ ਪੁਲਿਸ ਤੱਕ ਪਹੁੰਚ ਕਰੀ ਕਿ ਬਈ ਇਹ ਕਤਲ ਜਿਹੜਾ ਹੈ ਇਹ ਰਾਮ ਕੁਮਾਰ ਸਰਪੰਚ ਨੇ ਨਹੀਂ, ਇਹ ਤਾਂ ਡੇਰੇ ਵਾਲਿਆਂ ਨੇ ਕਰਿਆ। ਪਰ ਉਹ ਕਹਿਣ ਲੱਗੇ ਵੀ ਅਸੀਂ ਹੁਣ FIR ਕਿਉਂਕਿ ਨਾਮਜ਼ਦ ਦਰਜ ਕਰ ਚੁੱਕੇ ਹਾਂ, ਅਸੀਂ ਨਹੀਂ ਬਦਲ ਸਕਦੇ, ਕਾਨੂੰਨ ਸਾਡੇ ਕੋਲ ਹੱਕ ਨਹੀਂ ਹੈ। ਇਹਨੂੰ ਬਦਲਣ ਵਾਸਤੇ ਇੱਕ ਤਾਂ ਤੁਹਾਡੇ ਕੋਲ ਪੱਕਾ ਸਬੂਤ ਚਾਹੀਦਾ, ਗਵਾਹ ਚਾਹੀਦਾ, ਔਰ ਦੂਸਰਾ ਇਹ ਕ੍ਰਾਈਮ ਬ੍ਰਾਂਚ ਕੋਲ ਤੁਸੀਂ ਕੇਸ ਲੈ ਕੇ ਜਾਓ। ਉਹ ਕੇਸ ਕ੍ਰਾਈਮ ਬ੍ਰਾਂਚ ਕੋਲ ਗਿਆ। ਕ੍ਰਾਈਮ ਬ੍ਰਾਂਚ ਵਾਲਿਆਂ ਨੇ ਮੈਨੂੰ ਬੁਲਾਇਆ ਮਧੂਬਨ
ਆਪਣੇ ਹੈੱਡਕੁਆਟਰ 'ਚ ਮੇਰੀ ਗਵਾਹੀ ਹੋਈ, ਐਸਪੀ ਨਾਲ ਵੀ ਗੱਲਬਾਤ ਹੋਈ, ਸਾਰੀ ਗੱਲ ਸਮਝਾਈ ਤੇ ਉਸ ਤੋਂ ਬਾਅਦ ਉਹ ਕੇਸ ਚੱਲ ਪਿਆ। ਕੇਸ ਚੱਲਣ ਤੋਂ ਬਾਅਦ ਉਹਨਾਂ ਨੇ ਕ੍ਰਾਈਮ ਬ੍ਰਾਂਚ ਵਾਲਿਆਂ ਨੇ ਇਹਨਾਂ ਜਸਵੀਰ ਸਬਦਿਲ ਔਰ ਇਹਨੂੰ ਅਵਤਾਰ ਸਿੰਘ ਵਗੈਰਾ ਨੂੰ ਗ੍ਰਿਫਤਾਰ ਕੀਤਾ। ਉਹ ਕਾਰ ਵੀ ਫੜੀ, ਜਿਹੜੀ ਕਾਰ ਦੇ 'ਚ ਉਹ ਮੇਰੇ ਕੋਲ ਵੀ ਆਏ ਸੀਗੇ। ਹੁਣ ਤੁਸੀਂ ਕਿਵੇਂ ਦੇਖਦੇ ਹੋ ਤਕਰੀਬਨ 19 ਸਾਲ ਇਹਦੀ ਮਤਲਬ ਇਨਵੈਸਟੀਗੇਸ਼ਨ ਚੱਲਦੀ ਰਹੀ, ਕੋਰਟ ਦਾ ਚੱਲਦਾ ਰਿਹਾ, ਤੇ ਹੁਣ ਕਿਵੇਂ ਲੱਗਦਾ ਤੇ ਵੀ ਗਵਾਹੀ ਤੁਹਾਡੀ ਕਦੋਂ ਹੋਈ ਇਹ ਵੀ ਦੱਸ ਦਿਓ ਉਸ ਤੋਂ ਬਾਅਦ। ਇਹ ਗਵਾਹੀ ਐਗਜ਼ੈਕਟ ਡੇਟ ਯਾਦ ਨਹੀਂ, ਲਗਭਗ 2007 ਦੇ ਆਸ-ਪਾਸ ਮਤਲਬ ਉਦੋਂ ਕੀ ਗਵਾਹੀ ਗਵਾਹੀ ਦਿੱਤੀ, ਉਹ 'ਚ ਕੀ ਪੱਖ ਰੱਖੇ ਉਹ ਦੱਸ। ਉਹ ਗਵਾਹੀ ਮੇਰੀ ਇਹੀ ਸੀ ਕਿਉਂਕਿ ਰਣਜੀਤ ਦੇ ਫਾਦਰ ਨੇ ਜੋ FIR ਪਹਿਲੀ ਦਰਜ ਸੀ ਸਰਪੰਚ ਦੇ ਖਿਲਾਫ, ਉਸ FIR ਨੂੰ ਡੇਰੇ ਵੱਲ ਉਹਦੀ ਦਿਸ਼ਾ ਮੋੜਨ ਵਾਸਤੇ ਜ਼ਰੂਰੀ ਸੀ ਮੇਰੀ ਗਵਾਹੀ। ਉਹ ਦਿਸ਼ਾ ਮੋੜਨ ਵਾਸਤੇ ਜਿਹੜਾ ਅਹਿਮ ਕਿਰਦਾਰ ਉਹ ਮੇਰੀ ਗਵਾਹੀ ਹੈ। ਠੀਕ ਹੈ। ਤੇ ਜਿਹੜਾ ਲੰਮਾ ਟਾਈਮ ਚੱਲਿਆ ਕੇਸ, ਇੰਨੇ ਸਾਲ ਬਾਅਦ ਇਨਸਾਫ ਮਿਲਣਾ, ਇਹ ਤੇ ਤੁਹਾਨੂੰ ਕੀ ਲੱਗਦਾ ਕਿ ਥੋੜਾ ਕਾਨੂੰਨ ਥੋੜਾ ਜਿਹਾ ਦੇਰੀ ਕੀਤੀ ਕਾਨੂੰਨ ਨੇ? ਕਾਨੂੰਨ ਦੇਖੋ, ਸਾਡੇ ਭਾਰਤ ਦੇ ਕਾਨੂੰਨ ਦੀ ਇਹ ਕਮਜ਼ੋਰੀ ਤਾਂ ਹੈ ਹੀ ਹੈ। ਕਾਨੂੰਨ ਨੇ ਨਹੀਂ ਕਹਿ ਦੋ, ਜਾਂਚ ਏਜੰਸੀਆਂ ਨੇ ਜਾਂਚ ਏਜੰਸੀਆਂ ਵਗੈਰਾ ਇਹਨਾਂ ਨੇ ਇਸ ਕਮਜ਼ੋਰੀ ਦਾ ਮਤਲਬ ਕਈ ਐਸੇ ਕਮਜ਼ੋਰ ਪੱਖ ਹੁੰਦੇ ਆ, ਕਈ ਚੋਰ ਮੋਰੀਆਂ ਹੁੰਦੀਆਂ ਜਿਨ੍ਹਾਂ ਦਾ ਇਹਨਾਂ ਦੇ ਵਕੀਲ ਨਾਜਾਇਜ਼ ਫਾਇਦਾ ਉਠਾਉਂਦੇ ਆ। ਜਿਹੜਾ ਗਵਾਹੀ ਇੱਕ ਦਿਨ ਦੇ ਚ ਨਿਬੜ ਜਾਣੀ ਹੁੰਦੀ ਆ, ਉਹ ਸਾਲ-ਸਾਲ ਤੱਕ ਲਟਕਾ ਦਿੰਦੇ। ਪਹੁੰਚ ਵੀ ਰੱਖਦਾ ਸੀ ਡੇਰੇ ਜਿਹੜਾ ਮੁਖੀਆ ਸਿਆਸੀ, ਜਿਹੜੇ ਲੋਕਾਂ ਨੇ ਵੀ ਉਹਦਾ ਪੱਖ ਪੂਰਿਆ। ਸਿਆਸੀ ਲੋਕਾਂ ਨੇ ਤਾਂ ਸਾਰਿਆਂ ਨੇ ਪੂਰੀ ਤਰ੍ਹਾਂ ਪੂਰਿਆ ਉਹਦਾ ਪੱਖ। ਸਿਆਸੀ ਲੋਕਾਂ ਦਾ ਬਸ ਚਲੇ ਅਜੇ ਵੀ ਨਾ ਉਹਨੂੰ ਸਜ਼ਾ ਹੋਣ ਦੇਣ, ਕਿਉਂਕਿ ਉਹ ਵੋਟ ਬੈਂਕ ਭਾਲਦੇ ਆ। ਹੁਣ ਤੁਹਾਨੂੰ ਤਸੱਲੀ ਹੈ ਕਿ ਘੱਟੋ ਘੱਟ ਰਣਜੀਤ ਮਾਮਲੇ 'ਚ ਇਨਸਾਫ ਮਿਲੇਗਾ? ਹਾਂ ਬਿਲਕੁਲ 100% ਤਸੱਲੀ ਆ ਕਿ ਵੀ ਇੱਕ ਮੁਜਰਿਮ ਨੂੰ ਉਹਦੀ ਜਿਹੜੀ ਸਹੀ ਢੰਗ ਨਾਲ ਉਹਨੂੰ ਆਪਣਾ ਰਣਜੀਤ ਦੇ ਘਰ ਵਾਲਿਆਂ ਨੂੰ ਪੂਰਾ ਇਨਸਾਫ ਮਿਲੇਗਾ। ਰਣਜੀਤ ਦੀ ਮੌਤ ਤੋਂ ਬਾਅਦ ਇਨਸਾਫ ਮਿਲੇਗਾ ਔਰ ਮੁਜਰਮ ਨੂੰ ਉਹਦੀ ਸਜ਼ਾ ਜ਼ਰੂਰ ਹੋਏਗੀ। ਤੁਹਾਨੂੰ ਬਾਅਦ ਦੇ ਵਿੱਚ ਗਵਾਹੀ ਮੁਕਰਾਉਣ ਵਾਸਤੇ ਵੀ ਕੋਸ਼ਿਸ਼ਾਂ ਹੋਈਆਂ ਡੇਰੇ ਵੱਲੋਂ? ਬਿਲਕੁਲ, ਮੈਨੂੰ ਪਹਿਲਾਂ ਤਾਂ ਪਿਸਤੌਲਾਂ ਦੀਆਂ ਮੈਂ ਜਿਵੇਂ ਦੱਸਿਆ ਕਿ ਪਿਸਤੌਲ ਦਿਖਾਏ ਗਏ। ਉਸ ਤੋਂ ਬਾਅਦ ਜਦੋਂ ਕ੍ਰਾਈਮ ਬ੍ਰਾਂਚ ਨੇ ਕੇਸ ਸੈਸ਼ਨ ਕੋਰਟ ਕੁਰੂਕਸ਼ੇਤਰ 'ਚ ਪਾ ਦਿੱਤਾ, ਉਦੋਂ ਮੇਰੀ ਗਵਾਹੀ ਸੀ ਸੈਸ਼ਨ ਕੋਰਟ 'ਚ। ਮੇਰੀ ਗਵਾਹੀ ਵਾਲੇ ਦਿਨ ਮੈਨੂੰ ਇਹਨਾਂ ਦਾ ਇੱਕ ਕੋਈ ਪੈਰੋਕਾਰ, ਮੈਂ ਨਹੀਂ ਜਾਣਦਾ ਕੌਣ ਸੀ, ਪਰ ਉਹ ਜਸਵੀਰ ਸਬਦੁਲ ਵਗੈਰਾ ਇਹਨਾਂ ਦੇ ਨਾਲ ਫਿਰਦਾ, ਇਹਨਾਂ ਦੇ ਵਕੀਲਾਂ ਦੇ ਨਾਲ ਫਿਰਦਾ ਸੀ। ਉਹ ਮੇਰੇ ਕੋਲ ਆਇਆ, ਮੈਨੂੰ ਕਹਿਣ ਲੱਗਾ, ਬੜੇ ਪਿਆਰ ਨਾਲ ਸਮਝਾਉਣ ਲੱਗਾ ਵੀ ਇੰਨੇ ਵੱਡੇ ਪਹਾੜ ਨਾਲ ਟੱਕਰ ਲੈਣ ਦਾ ਕੋਈ ਫਾਇਦਾ ਨਹੀਂ, ਉਹਨਾਂ ਕੋਲ ਇੰਨੀ ਰਾਜਨੀਤਿਕ ਪਹੁੰਚ ਹੈ, ਹਰ ਤਰ੍ਹਾਂ ਦੀ ਪਹੁੰਚ ਹੈ, ਤੇ ਕੀ ਫਾਇਦਾ ਤੈਨੂੰ ਗਵਾਹੀ ਦੇਣ ਦਾ। ਮੈਂ ਕਿਹਾ ਵੀ ਗਵਾਹੀ ਕਿਉਂਕਿ ਮੇਰੀ ਪਾ ਦਿੱਤੀ ਗਈ ਹੈ, ਕੋਰਟ ਨੇ ਸਮਨ ਦਿੱਤਾ ਹੈ, ਤੇ ਮੈਂ ਤਾਂ ਹੁਣ ਜੋ ਮੇਰੇ ਨਾਲ ਬੀਤਿਆ ਸੱਚ ਬੋਲਣਾ, ਝੂਠ ਮੈਂ ਬੋਲਣਾ ਨਹੀਂ। ਉਹ ਕਹਿਣ ਲੱਗਾ ਵੀ ਤੂੰ ਐਂ ਕਰ, ਤੈਨੂੰ ਅਸੀਂ ਬਲੈਂਕ ਚੈੱਕ ਦੇ ਦਿੰਦੇ, ਜਿੰਨਾ ਮਰਜ਼ੀ ਅਮਾਊਂਟ ਭਰ ਲਈ, ਜ਼ਿੰਦਗੀ ਐਸ਼ ਨਾਲ ਗੁਜ਼ਾਰੀ, ਪਰ ਤੂੰ ਗਵਾਹੀ ਨਾ ਦੇ। ਮੈਂ ਕਿਹਾ ਵੀ ਨਾ ਤਾਂ ਮੈਂ ਡਰਾਂ, ਨਾ ਮੈਂ ਝੁਕਾਂ, ਨਾ ਮੈਂ ਵਿਕਾਂ, ਮੈਂ ਸੱਚ ਬੋਲਣਾ, ਜਿੱਥੇ ਮਰਜ਼ੀ ਬੁਲਾ ਲਓ। ਤੇ CBI ਨੇ ਵੀ ਫਿਰ ਜਾਂਚ ਕੀਤੀ ਮਾਮਲੇ ਦੀ ਤੁਹਾਡੀ? CBI ਹੈੱਡਕੁਆਟਰ ਮੈਂ ਕਈ ਵਾਰ ਉਹਨਾਂ ਨੇ ਮੈਨੂੰ ਬੁਲਾਇਆ, ਪੂਰੀ ਤਰ੍ਹਾਂ ਉਹਨਾਂ ਨੇ ਮੇਰੀ ਬਹੁਤ ਪੁੱਛ ਪੜਤਾਲ ਕਰੀ, ਸੱਚ ਦੀ ਤਹਿ ਤੱਕ ਪਹੁੰਚੇ। ਇੱਥੋਂ ਤੱਕ CBI DSP ਸਾਹਿਬ ਨੇ ਮੈਨੂੰ ਇੱਥੋਂ ਤੱਕ ਵੀ ਕਿਹਾ ਕਿ ਵੀ ਮਾਸਟਰ ਜੀ ਡਰਨ ਵਾਲੀ ਗੱਲ ਨਹੀਂ ਹੈ, ਅਸੀਂ ਇਹੋ ਜਿਹੇ ਮਗਰ ਪੁੱਛਾਂ ਨੂੰ ਤਾਂ ਹੀ ਪੜ੍ਹ ਸਕਦੇ ਹਾਂ ਜੇ ਤੁਸੀਂ ਦਲੇਰੀ ਨਾਲ ਗਵਾਹੀ ਦੇ ਸਕਦੇ ਹੋ ਤਾਂ। ਮੈਂ ਕਿਹਾ ਵੀ ਆਪਾਂ ਸੱਚ ਤੇ ਪਹਿਰਾ ਦੇਵਾਂਗੇ, ਚਾਹੇ ਮੌਤ ਵੀ ਹੋ ਜਾਏ, ਕੋਈ ਦਿੱਕਤ ਨਹੀਂ, ਆਪਾਂ ਗਵਾਹੀ ਦੇਵਾਂਗੇ। ਤੁਹਾਨੂੰ ਸਕੂਨ ਹੈ ਇਸ ਗੱਲ ਦਾ ਕਿ ਵਾਕਈ ਕਾਰਵਾਈ ਹੋਈ? ਕੋਈ ਕਿਸੇ ਨੂੰ ਨਹੀਂ ਲੱਗਦਾ ਸੀ ਕਿ ਬਾਬਾ ਅੰਦਰ ਜਾਏਗਾ? ਹੁਣ ਜਦੋਂ ਅੰਦਰ ਹੈ, ਹੋਰ ਵੀ ਜਿਹੜੇ ਕੇਸ ਪ੍ਰੋਪਰ ਚੱਲ ਪਏ ਨੇ, ਮਨ ਨੂੰ ਤਸੱਲੀ ਹੈ? ਬਿਲਕੁਲ ਪੂਰੀ ਤਸੱਲੀ ਹੈ, ਕਿਉਂਕਿ ਇੱਕ ਸਮਾਂ ਤਾਂ ਐਸਾ ਸੀਗਾ ਕਿ ਵੀ ਲੱਗਦਾ ਸੀ ਕਿ ਵੀ ਉਹਦੀ ਵੱਲ ਕੋਈ ਉਂਗਲੀ ਨਹੀਂ ਕਰ ਸਕਦਾ, ਪਰ ਅੱਜ ਇਸ ਚੀਜ਼ ਦੀ ਖੁਸ਼ੀ ਹੈ, ਤਸੱਲੀ ਹੈ ਕਿ ਵੀ ਐਸੇ ਮੁਜਰਮ ਨੂੰ ਉਹਦੀ ਅਸਲੀ ਪਰਿਣਤੀ ਤੱਕ ਪਹੁੰਚਾ ਦਿੱਤਾ ਗਿਆ ਹੈ। ਕਾਨੂੰਨ ਚਾਹੇ ਦੇਰ ਨਾਲ ਕੰਮ ਕੀਤਾ ਕਾਨੂੰਨ ਨੇ, ਪਰ ਸਹੀ ਕੀਤਾ ਹੈ, ਬਹੁਤ ਅੱਛਾ ਕੀਤਾ ਹੈ।